ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਰਾਜ ਨੇ ਫਿਰ ਕਿਰਪਾ ਕੀਤੀ, ਸਤ ਸੰਗਤ ਦੀ ਘੜੀ ਬਖਸ਼ੀ, ਗੁਰਮੰਤਰ ਦਾ ਅਭਿਆਸ ਹੋਇਆ, ਸਾਸਕਰਾ ਸਿਮਰਨ, ਸਾਸ ਸਿਮਰਨ, ਜੁਗਤੀਆਂ ਅਪਣਾਈਆਂ। ਗੁਰਮੰਤਰ ਦਾ ਅਭਿਆਸ ਅਸੀਂ ਕਰ ਰਹੇ ਹਾਂ ਕਿ ਸਾਡੇ ਵਿਚਾਰ ਜਿਹੜੇ ਆ ਖਤਮ ਹੋ ਜਾਣ, ਸਾਡਾ ਮਨ ਆਪਣੇ ਘਰ ਵਿੱਚ ਪ੍ਰਵੇਸ਼ ਹੋਵੇ, ਸੁਣ ਵਿੱਚ, ਜਿਸ ਨੂੰ ਮਹਾਰਾਜ ਨੇ ਕਿਹਾ ਕਿ ਸਤਿਗੁਰ ਤੇ ਪਾਏ ਵਿਚਾਰਾ, ਸੁਨ ਸਮਾਧ ਸੱਚੇ ਘਰ ਬਾਰ। ਉਹ ਸੁਨ ਤ੍ਰੈਗੁਣਾਂ ਤੋਂ ਉੱਪਰ ਜੋ ਹੈ, ਉਸ ਦੇ ਵਿੱਚ ਅਸੀਂ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜੋ ਸਾਡਾ ਘਰ ਆ, ਜਿੱਥੇ ਜਾ ਕੇ ਅਸੀਂ ਅੰਤਰਗਤ ਹਰੀ ਦੇ ਨਾਮ ਨੂੰ ਸੁਣਨਾ ਹੈ, ਜਿਹਨੂੰ ਮਹਾਰਾਜ ਨਾਲ ਫਿਰ ਦੱਸ ਰਹੇ ਨੇ ਕਿ ਸਤਿਗੁਰ ਤੇ ਪਾਏ ਵਿਚਾਰਾ, ਸੁਨ ਸਮਾਧ ਸੱਚੇ ਘਰ ਬਾਰਾ, ਨਾਨਕ ਨਿਰਮਲ ਨਾਦ ਸ਼ਬਦ ਧੁਨ, ਸਚ ਰਾਮੇ ਨਾਮ ਸਮਾਇੰਦਾ। ਕਿ ਉੱਥੇ ਨਾਦ ਚੱਲ ਰਿਹਾ ਆ, ਰਾਮ ਦਾ ਨਾਮ ਚੱਲ ਰਿਹਾ ਆ, ਇਸ ਨੂੰ ਸੱਚਾ ਸ਼ਬਦ ਵੀ ਕਹਿ ਦਿੱਤਾ ਆ। ਉਸ ਦੇ ਵਿੱਚ ਸਮਾ ਕੇ ਅਸੀਂ ਹਰੀ ਦੇ ਨਾਲ ਮਿਲਾਪ ਕਰਨਾ ਹੈ। ਹੁਣ ਮਹਾਰਾਜ ਨੇ ਸਾਨੂੰ ਭੇਦ ਦੇ ਦਿੱਤਾ ਕਿ ਇਹ ਸਾਰਾ ਜਿਹੜੀ ਭਗਤੀ ਹੈ ਇਹ ਹੁੰਦੀ ਚੌਥੇ ਪਦ ਤੋਂ ਉੱਪਰ ਆ, ਜਿਸ ਭਗਤੀ ਦੁਆਰਾ ਅਸੀਂ ਪ੍ਰਮਾਤਮਾ ਨਾਲ ਮਿਲਾਪ ਕਰਨਾ, ਜਿਹਨੂੰ ਮਹਾਰਾਜ ਕਹਿੰਦੇ ਤ੍ਰੈ ਗੁਣ ਮੇਟੇ ਚੌਥੇ ਵਰਤ ਹੈ, ਇਹ ਭਗਤ ਨਿਰਾਰੀ। ਕਿ ਅਸੀਂ ਤ੍ਰੈ ਗੁਣਾਂ ਨੂੰ ਮਿਟਾ ਲਈਏ, ਵਿਚਾਰਾਂ ਤੋਂ ਅਰਥਾਤ ਕਿ ਰਹਿਤ ਹੋ ਜਾਈਏ। ਚੌਥੇ ਪਦ ਵਿੱਚ ਜੋ ਤ੍ਰੈਗੁਣ ਤੋਂ ਉੱਪਰ ਆ, ਉਸ ਦੇ ਵਿੱਚ ਵਾਸਾ ਕਰ ਲਈ ਆਪਣੇ ਮਨ ਦਾ, ਕਹਿੰਦੇ ਇਹ ਨਿਰਾਲੀ ਭਗਤੀ ਆ। ਮਹਾਰਾਜ ਨੇ ਸਮਝਾ ਦਿੱਤਾ ਕਿ ਜਿਵੇਂ ਅਸੀਂ ਦੇਖਦੇ ਹਾਂ ਜੀਵ ਸੰਸਾਰ ਵਿੱਚ ਸਾਰੇ ਭਗਤੀ ਕਰਨ ਦੀ ਕੋਸ਼ਿਸ਼ ਕਰਦੇ ਆ, ਕੋਈ ਕਿਸੇ ਸਾਧਨ ਨੂੰ ਅਪਣਾਉਂਦਾ ਆ, ਕੋਈ ਜੁਗਤ ਅਪਣਾ ਰਿਹਾ ਆ। ਅਤੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਗੁਰਮੁਖਾਂ ਦੀ ਅਸਲੀ ਭਗਤੀ ਉਦੋਂ ਸ਼ੁਰੂ ਹੁੰਦੀ ਜਦੋਂ ਸਹਿਜ ਧੁਨ ਦੇ ਨਾਲ ਉਹਨਾਂ ਦੀ ਸੁਰਤੀ ਜੁੜਦੀ ਆ, ਜਿਹਨੂੰ ਮਹਾਰਾਜ ਫਰਮਾਉਂਦੇ ਨੇ ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੈ। ਜਿੱਥੇ ਜਾ ਕੇ ਸਾਡੇ ਅੰਦਰ ਸਹਿਜ ਧੁਨ ਪ੍ਰਗਟ ਹੋ ਜਾਂਦੀ ਆ, ਸਮਝੋ ਕਿ ਉੱਥੋਂ ਸਾਡੀ ਅਸਲੀ ਭਗਤੀ ਜੋ ਚੌਥੇ ਪਦ ਦੇ ਵਿੱਚ ਆ, ਉਹ ਆਰੰਭ ਹੋ ਗਈ ਆ, ਉਹ ਸ਼ੁਰੂ ਹੋ ਗਈ। ਉਸ ਭਗਤੀ ਦੇ ਨਾਲ ਫਿਰ ਅਸੀਂ ਜਿਉਂ-ਜਿਉਂ ਸਹਿਜ ਧੁਨ ਦੇ ਦਾਇਰੇ ਦੇ ਵਿੱਚ ਰਹਿੰਦੇ ਹਾਂ, ਸਾਡਾ ਮਨ ਜਿਹੜਾ ਹੈ ਪ੍ਰਮਾਤਮਾ ਦੇ ਹੁਕਮ ਵਿੱਚ ਆ ਜਾਂਦਾ, ਕਿਉਂਕਿ ਉਹੀ ਸਹਿਜ ਧੁਨ ਨਾਮ ਪ੍ਰਮਾਤਮਾ ਦਾ ਹੁਕਮ ਹੈ, ਜਿਸ ਦਾ ਭੇਦ ਸਾਨੂੰ ਮਹਾਰਾਜ ਸਤ ਸੰਗਤ ਵਿੱਚ ਬਖਸ਼ਦੇ ਨੇ। ਜਿਹਨੂੰ ਮਹਾਰਾਜ ਕਹਿੰਦੇ ਆ ਸਤ ਸੰਗਤ ਕੈਸੀ ਜਾਣੀਐ, ਜਿੱਥੈ ਏਕੋ ਨਾਮ ਵਖਾਣੀਐ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਕਿ ਸਤ ਸੰਗਤ ਵਿੱਚ ਉਸ ਨਾਮ ਦੀ ਵਿਆਖਿਆ ਹੁੰਦੀ ਆ, ਉਹ ਨਾਮ ਪਰਮਾਤਮਾ ਦਾ ਹੁਕਮ ਆ, ਜੋ ਇਲਾਹੀ ਹੁਕਮ ਆ, ਜੋ ਪ੍ਰਮਾਤਮਾ ਨੇ ਸ਼ਬਦ ਉਚਾਰਨ ਕੀਤਾ, ਜਿਸ ਦੁਆਰਾ ਸਾਰੀ ਉਤਪਤੀ ਹੋਈ, ਜਿਸ ਦੁਆਰਾ ਜਦੋਂ ਮਹਾਰਾਜ ਇਸ ਸ਼ਬਦ ਨੂੰ ਸੰਕੋਚ ਲੈਣਗੇ ਅਤੇ ਪਰਲੋ ਆਉਂਦੀ ਆ, ਜਿਹਨੂੰ ਮਹਾਰਾਜ ਕਹਿੰਦੇ ਆ ਉਤਪਤ ਪਰਲੋ ਸਬਦੇ ਹੋਵੈ, ਸਬਦੇ ਹੀ ਫਿਰ ਉਪਤ ਹੋਵੈ। ਅਤੇ ਜਦੋਂ ਮਹਾਰਾਜ ਚਾਹੁੰਦੇ ਆ, ਪ੍ਰਮਾਤਮਾ ਚਾਹੁੰਦੇ ਆ ਕਿ ਇਸ ਖੇਲ ਨੂੰ ਦੁਬਾਰਾ ਆਰੰਭ ਕਰਨਾ, ਉਹ ਫਿਰ ਸ਼ਬਦ ਦੁਆਰਾ ਹੀ ਕਰਦੇ ਆ। ਜਿੰਨਾ ਚਿਰ ਸਾਡਾ ਮਨ ਉਸ ਸ਼ਬਦ ਦੇ ਦਾਇਰੇ ਦੇ ਵਿੱਚ ਰਹੂਗਾ, ਸਮਝਿਆ ਜਾਂਦਾ ਆ ਕਿ ਇਹ ਮਨ ਸਾਡਾ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਹੁਣ ਜੀਵ ਸਾਰੇ ਭਗਤੀ ਕਰਨ ਦੀ ਕੋਸ਼ਿਸ਼ ਤਾਂ ਕਰਦੇ ਆ ਤ੍ਰੈ ਗੁਣਾਂ ਦੇ ਵਿੱਚ, ਕੋਈ ਪਾਠ ਕਰਦਾ, ਕੋਈ ਪੂਜਾ ਕਰਦਾ, ਕੋਈ ਸਿਮਰਨ ਵੀ ਕਰਦਾ ਆਪਣੇ ਆਪਣੇ ਮੰਤਰ ਲੈ ਕੇ। ਜਿਵੇਂ ਗੁਰੂ ਸਾਹਿਬ ਨੇ ਸਾਨੂੰ ਦੱਸਿਆ, ਗੁਰਬਾਣੀ ਵਿੱਚ ਤੁਸੀਂ ਪੜ੍ਹ ਸਕਦੇ ਆ ਕਿ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੋਸਈਆਂ, ਕੋਈ ਅਲਾਹੇ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਕੋਈ ਪੂਜਾ ਕਰ ਰਿਹਾ, ਕੋਈ ਮੱਥਾ ਟੇਕ ਰਿਹਾ, ਕੋਈ ਰਾਮ ਰਾਮ ਕਰ ਰਿਹਾ।
ਹੁਣ ਜਦੋਂ ਅਸੀਂ ਆਪਣੇ ਵੱਲ ਵੀ ਦੇਖਣਾ, ਅਸੀਂ ਵੀ ਤਾਂ ਵਾਹਿਗੁਰੂ ਵਾਹਿਗੁਰੂ ਸਾਰੇ ਕਰ ਰਹੇ ਹਾਂ। ਉਸ ਸ਼ਬਦ ਦੇ ਐਂਡ ਵਿੱਚ ਮਹਾਰਾਜ ਸਾਨੂੰ ਉਹਦਾ ਭੇਦ ਦਿੰਦੇ ਆ। ਕਹਿੰਦੇ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਕਿ ਜਿਸ ਨੇ ਹੁਕਮ ਨੂੰ ਪਛਾਣ ਲਿਆ, ਉਹਨੂੰ ਪ੍ਰਭੂ ਦਾ ਭੇਦ ਆਊਗਾ, ਉਹਨੂੰ ਪਰਮਾਤਮਾ ਦੀ ਜਾਣਕਾਰੀ ਮਿਲੂਗੀ। ਅਤੇ ਉਹ ਹੁਕਮ ਹੁਣ ਜਿਵੇਂ ਵਿਚਾਰ ਕਰ ਰਹੇ ਸੀ, ਉਹ ਹੈ ਤਾਂ ਨਾਮ ਆ ਜੋ ਸਾਡੇ ਅੰਦਰ ਚੱਲ ਰਿਹਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਸਾਨੂੰ ਅਤ ਜ਼ਰੂਰੀ ਆ ਕਿ ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ ਵਿਚਾਰਾਂ ਤੋਂ ਰਹਿਤ ਹੋ ਕੇ ਅਸੀਂ ਅੰਦਰਲੇ ਉਸ ਸ਼ਬਦ ਨਾਲ ਜੁੜੀਏ, ਤਾਂ ਫਿਰ ਅਸੀਂ ਪ੍ਰਮਾਤਮਾ ਨਾਲ ਮਿਲਾਪ ਕਰ ਸਕਦੇ ਹਾਂ। ਜਿੰਨਾ ਚਿਰ ਤੱਕ ਅਸੀਂ ਇਸ ਲਿਵ ਦੇ ਰਾਹ ਨੂੰ ਅਖਤਿਆਰ ਕਰ ਰਹੇ ਹਾਂ, ਗੁਰਮੰਤਰ ਦਾ ਵੀ ਅਭਿਆਸ ਕਰਦੇ ਹਾਂ, ਪਰ ਆਪਣੇ ਘਰ 'ਚ ਪ੍ਰਵੇਸ਼ ਹੋਣਾ ਸਿੱਖਦੇ ਨਹੀਂ, ਸੁਣ 'ਚ ਸਮਾਉਣਾ ਨਹੀਂ ਸਿੱਖਦੇ, ਅਤੇ ਅੰਤਰਗਤ ਸਾਨੂੰ ਉਹ ਨਾਮ ਨਹੀਂ ਸੁਣਾਈ ਦਿੰਦਾ, ਉਨਾ ਚਿਰ ਸਾਡਾ ਜਿਹੜੇ ਭਗਤੀ, ਅਸੀਂ ਮਾਰਗ 'ਤੇ ਜ਼ਰੂਰ ਚੱਲੇ ਹੋਏ ਹਾਂ, ਪਰ ਹਜੇ ਉਹ ਅਸਲੀ ਭਗਤੀ ਜਿਹੜੀ ਚੌਥੇ ਪਦ ਦੀ ਗੁਰਮੁਖਾਂ ਦੀ ਭਗਤੀ ਹੈ, ਉਹ ਸ਼ੁਰੂ ਨਹੀਂ ਹੋਈ। ਮਹਾਰਾਜ ਨੇ ਸਾਨੂੰ ਤਾਂ ਹੀ ਸਮਝਾਇਆ ਹੋਇਆ, ਗੋਬਿੰਦ ਭਜਨ ਕੀ ਮਤ ਹੈ ਹੋਰਾ, ਵਰਮੀ ਮਾਰੀ ਸਾਪ ਨਾ ਮਰੀ, ਨਾਮ ਨਾ ਸੁਣੇ ਡੋਰਾ। ਕਹਿੰਦੇ ਕਿ ਗੋਬਿੰਦ ਦਾ ਜਿਹੜਾ ਭਜਨ ਆ, ਮਹਾਰਾਜ ਦੀ ਜਿਹੜੀ ਭਗਤੀ ਕਰਨੀ ਆ, ਕਹਿੰਦੇ ਉਹ ਸੰਸਾਰ ਨਾਲੋਂ ਵੱਖਰੇ ਇੱਕ ਸਿੱਖਿਆ ਆ। ਜਿਵੇਂ ਸਾਡਾ ਮਨ ਆ, ਉਦਾਹਰਨ ਇੱਥੇ ਦੇ ਦਿੱਤੀ ਇਸ ਸ਼ਬਦ ਵਿੱਚ ਸੱਪ ਦੀ। ਸੱਪ ਜਿਹੜਾ ਆ, ਜਦੋਂ ਕਿਸਾਨ ਉਹ 'ਤੇ ਵਾਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਆਪਣੀ ਖੁੱਡ ਵਿੱਚ ਵੜ ਜਾਂਦਾ ਆ। ਪਰ ਇੱਥੇ ਮਹਾਰਾਜ ਨੇ ਕਿਹਾ ਹੋਇਆ, ਇਵੇਂ ਹੀ ਸਾਡਾ ਜਿਹੜਾ ਮਨ ਆ, ਜਦੋਂ ਅਸੀਂ ਇਸ ਨੂੰ ਸ਼ਬਦ ਦੀ ਚੋਟ ਮਾਰਦੇ, ਜੋ ਗੁਰਮੰਤਰ ਆ ਜਿਸ ਦਾ ਜਾਪ ਕਰ ਰਹੇ ਹਾਂ, ਜਦੋਂ ਗੁਰਮੰਤਰ ਦੀ ਚੋਟ ਇਸ ਦ੍ਰਿਸ਼ਟਮਾਨ ਰੂਪ ਦੇ ਵਿੱਚ ਸ਼ਬਦ ਉਚਾਰਨ ਕਰਕੇ, ਪ੍ਰਮਾਤਮਾ ਦਾ ਨਾਮ ਆਪਣੀ ਭਾਸ਼ਾ ਵਿੱਚ ਉਚਾਰਨ ਕਰਕੇ ਅਸੀਂ ਵਾਹਿਗੁਰੂ ਕਹਿ ਕੇ ਮਨ ਨੂੰ ਚੋਟ ਮਾਰਦੇ ਹਾਂ, ਅਤੇ ਮਨ ਸਾਡਾ ਆਪਣੇ ਘਰ ਵਿੱਚ ਚਲੇ ਜਾਂਦਾ ਸੁਣ 'ਚ। ਪਰ ਜਿੰਨਾ ਚਿਰ ਤੱਕ ਸ਼ਬਦ ਨਹੀਂ ਅੰਦਰੋਂ ਸੁਣਦਾ, ਇਹ ਨਹੀਂ ਸਮਝਣਾ ਕਿ ਜਿਹੜਾ ਮਨ ਆ ਇਹ ਮਰ ਗਿਆ। ਕਿ ਸੱਪ ਜਿਹੜਾ ਆ ਉਹ ਖੁੱਡ ਵਿੱਚ ਵੜ ਜਾਏ, ਪਰ ਜਿੰਨਾ ਚਿਰ ਤੱਕ ਉਹਦੇ 'ਤੇ ਅੱਛੀ ਤਰ੍ਹਾਂ ਚੋਟ ਨਹੀਂ ਵੱਜਦੀ, ਇੱਦਾਂ ਹੀ ਸਾਡਾ ਮਨ, ਜਿੰਨਾ ਚਿਰ ਇਸ ਨੂੰ ਅੰਦਰੋਂ ਸ਼ਬਦ ਨਹੀਂ ਸੁਣਾਈ ਦਿੰਦਾ, ਅਨਹਦ ਸ਼ਬਦ ਪ੍ਰਗਟ ਨਹੀਂ ਹੁੰਦਾ, ਸਹਿਜ ਤੋਂ ਨਹੀਂ ਪ੍ਰਗਟ ਹੁੰਦੀ, ਇਹ ਨਹੀਂ ਸਮਝਣਾ ਕਿ ਸਾਡਾ ਜਿਹੜਾ ਮਨ ਮਰ ਗਿਆ। ਅਸਲੀ ਭਗਤੀ ਉਦੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਸਹਿਜ ਤੋਂ ਨਾਲ ਜੁੜਦੇ ਹਾਂ, ਅਤੇ ਸਾਡਾ ਮਨ ਸ਼ਬਦ ਦੁਆਰਾ, ਅੰਦਰੋਂ ਅਨਹਦ ਸ਼ਬਦ ਦੁਆਰਾ ਇਹ ਮਨ ਜਿਹੜਾ ਮਾਰਿਆ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਸ਼ਬਦ ਮਰੇ ਤਿਸ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ, ਨਾ ਫਿਰ ਮਰੈ ਨਾ ਆਵੈ ਜਾਏ, ਪੂਰੇ ਗੁਰ ਤੇ ਸਾਚ ਸਮਾਏ। ਕਿ ਜਦੋਂ ਅੰਦਰੋਂ ਸਹਿਜ ਧੁਨ ਪ੍ਰਗਟ ਹੋ ਜਾਂਦੀ ਹੈ, ਨਾਮ ਪ੍ਰਗਟ ਹੋ ਜਾਂਦਾ ਆ, ਉਸ ਦੁਆਰਾ ਸਾਡਾ ਮਨ ਜਿਹੜਾ ਹੈ ਪੂਰੀ ਤਰ੍ਹਾਂ ਮਰਦਾ ਆ, ਅਤੇ ਫਿਰ ਇਸ ਨੂੰ ਆਨੰਦ ਪ੍ਰਾਪਤ ਹੁੰਦਾ ਆ। ਸਾਡਾ ਜਿਹੜਾ ਮਨ ਆ, ਸਾਡੀ ਸੁਰਤੀ ਉਸ ਵੇਲੇ ਆਪਣੇ ਘਰ 'ਚ ਪ੍ਰਵੇਸ਼ ਹੋ ਜਾਂਦੀ ਹੈ, ਸੱਚੇ ਮਹਿਲ ਦੇ ਵਿੱਚ ਸਤਿਗੁਰ ਨਾਲ, ਪਰਮਾਤਮਾ ਨਾਲ ਭੇਟ ਕਰਦੇ ਆ। ਅਤੇ ਫਿਰ ਮਹਾਰਾਜ ਕਹਿੰਦੇ ਆ, ਸਤਿਗੁਰ ਕੈ ਜਨਮੈ ਗਵਨ ਮਟਾਇਆ। ਜਦੋਂ ਉਸ ਫਿਰ ਸਤਿਗੁਰ ਪ੍ਰਕਾਸ਼ ਰੂਪ ਪਰਮਾਤਮਾ ਦੇ ਘਰ ਦੇ ਵਿੱਚ ਸਾਡੇ ਮਨ ਦਾ ਇਸ ਤਰੀਕੇ ਨਾਲ ਜਨਮ ਦੁਬਾਰਾ ਹੁੰਦਾ ਹੈ, ਕਿਉਂਕਿ ਸ਼ਬਦ ਦੁਆਰਾ ਇਹ ਮਰ ਜਾਂਦਾ, ਸੁਰਜੀਤ ਇਹਨੂੰ ਫਿਰ ਕਰਦੇ ਆ ਪਰਮਾਤਮਾ ਆਪ, ਆਪਣੇ ਘਰ ਦੇ ਵਿੱਚ ਇਹਨੂੰ ਜਨਮ ਬਖਸ਼ ਦਿੰਦੇ ਆ। ਅਤੇ ਮਹਾਰਾਜ ਕਹਿੰਦੇ ਆ, ਸਤਿਗੁਰ ਕੈ ਜਨਮੈ ਗਵਨ ਮਟਾਇਆ, ਕਿ ਇਹਦਾ ਆਵਾਗਾਉਣ ਦਾ ਜਿਹੜਾ ਚੱਕਰ ਆ ਸਾਡੇ ਮਨ ਦਾ, ਉਦੋਂ ਪੂਰੀ ਤਰ੍ਹਾਂ ਫਿਰ ਖਤਮ ਹੋ ਜਾਂਦਾ। ਹੁਣ ਤ੍ਰੈ ਗੁਣਾਂ ਦੇ ਵਿੱਚ ਜੀਵ ਜਿਹੜੇ ਭਗਤੀ ਕਰਨ ਦੀ ਕੋਸ਼ਿਸ਼ ਕਰਦੇ ਆ, ਸਾਰੇ ਵੱਖ-ਵੱਖ ਜੁਗਤੀਆਂ ਅਪਣਾਉਂਦੇ ਆ। ਅਸੀਂ ਵੀ ਖੋਜ ਕਰਨੀ ਹੁੰਦੀ ਹੈ, ਗੁਰਬਾਣੀ ਦੁਆਰਾ ਆਪਣੇ ਸਰੀਰ ਦੀ ਖੋਜ ਕਰਨੀ ਆ, ਗੁਰਬਾਣੀ ਦੀ ਖੋਜ ਕਰਨੀ ਆ। ਅਸੀਂ ਉਹ ਮਾਰਗ ਜਿਹੜਾ ਆ ਆਪਣੇ ਮਨ ਨੂੰ ਗੁਰਬਾਣੀ ਦੁਆਰਾ ਸੇਧ ਦੇ ਕੇ ਅਸੀਂ ਲੱਭਣਾ ਆ ਕਿ ਕਿਸ ਮਾਰਗ 'ਤੇ ਚੱਲ ਕੇ ਪ੍ਰਮਾਤਮਾ ਸਾਡੇ 'ਤੇ ਪ੍ਰਸੰਨ ਹੋ ਜਾਣ। ਅਤੇ ਮਹਾਰਾਜ ਨੇ ਗੁਰਬਾਣੀ ਦੇ ਵਿੱਚ
ਦੱਸਿਆ ਹੋਇਆ, ਕਹਿੰਦੇ ਕਿ ਜਾਨੋ ਨਹੀਂ ਭਾਵੈ ਕਵਨ ਬਾਤਾ, ਮਨ ਖੋਜ ਮਾਰਗ। ਹੁਣ ਜਿਵੇਂ ਵਿਚਾਰ ਕਰ ਰਹੇ ਸੀਗੇ ਕਿ ਅਸਲੀ ਭਗਤੀ ਤਾਂ ਉਦੋਂ ਹੀ ਆ ਜਦੋਂ ਅਸੀਂ ਅੰਦਰੋਂ ਅਨਹਦ ਸ਼ਬਦ ਸਹਿਜ ਧੁਨ ਨਾਲ ਜੁੜ ਜਾਂਦੇ ਆ। ਅਤੇ ਗੁਰੂ ਸਾਹਿਬ ਨੇ ਸਾਨੂੰ ਭੇਦ ਦਿੱਤਾ ਗੁਰਬਾਣੀ ਦੇ ਵਿੱਚ ਕਿ ਸਾਰੇ ਕੋਸ਼ਿਸ਼ ਤਾਂ ਕਰਦੇ ਆ, ਅਤੇ ਅਸਲ ਵਿੱਚ ਜਿਸ ਭਗਤ ਦੇ ਨਾਲ ਪਰਮਾਤਮਾ ਦਾ ਮਿਲਾਪ ਹੁੰਦਾ ਆ ਉਹੀ ਅਸਲੀ ਭਗਤ ਅਖਵਾਉਂਦਾ ਆ। ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਸਾਨੂੰ ਗੁਰਬਾਣੀ 'ਚ ਦੱਸ ਰਹੇ, ਕਹਿੰਦੇ ਕਿ ਜਾਨੋ ਨਹੀਂ ਭਾਵੈ ਕਵਨ ਬਾਤਾ, ਕਿ ਇਹ ਭੇਦ ਨਹੀਂ ਮਿਲਦਾ ਕਿ ਕਿਸ ਚੀਜ਼ ਨਾਲ ਪਰਮਾਤਮਾ ਸਾਡੇ 'ਤੇ ਖੁਸ਼ ਹੋ ਜਾਣ। ਮਨ ਖੋਜ ਮਾਰਗ ਰਹਾਓ। ਉਹ ਫਿਰ ਮਨ ਨੂੰ ਸੰਬੋਧਨ ਕਰਦੇ, ਕਹਿੰਦੇ ਕਿ ਤੂੰ ਉਹ ਮਾਰਗ ਖੋਜ। ਫਿਰ ਦੁਨੀਆ ਬਾਰੇ ਕਹਿੰਦੇ ਕਿ ਕਈ ਹੈਗੇ ਜਿਹੜੇ ਧਿਆਨ ਦੀ ਅਵਸਥਾ ਦੇ ਵਿੱਚ ਹੀ ਬਹਿੰਦੇ ਆ, ਧਿਆਨੀ ਧਿਆਨ ਲਾਵੇ। ਕਈ ਹੈਗੇ ਆ ਜਿਹੜੇ ਗਿਆਨ ਦੀ ਵਿਧੀ ਜਾਂ ਗਿਆਨ ਨੂੰ ਕਮਾਉਂਦੇ ਆ, ਗਿਆਨ ਇਕੱਠਾ ਕਰਦੇ ਆ। ਗਿਆਨੀ ਗਿਆਨ ਕਮਾਵੇ, ਪ੍ਰਭ ਕਿਨ ਹੀ ਜਾਤਾ। ਪਰ ਕਹਿੰਦੇ ਕੋਈ ਵਿਰਲਾ ਹੀ ਆ ਜਿਹੜਾ ਉਸ ਪ੍ਰਭੂ ਨੂੰ ਜਾਣਦਾ ਆ। ਫਿਰ ਕਹਿੰਦੇ ਕਿ ਇੱਕ ਹੈਗੇ ਭਗਉਤੀ, ਉਹਨਾਂ ਨੂੰ ਕਿਹਾ ਹੈ ਜੋ ਵੈਸ਼ਨਵ ਭਗਤ ਹੁੰਦੇ ਆ, ਭਗਉਤੀ ਰਹਿਤ ਜੁਗਤਾ। ਉਹ ਵੀ ਵੱਖ ਵੱਖ ਜੁਗਤੀ ਅਪਣਾਉਂਦੇ ਆ, ਕਿਸੇ ਸੰਜਮ ਦੇ ਵਿੱਚ ਰਹਿੰਦੇ ਆ ਸੰਸਾਰ 'ਚ। ਜੋਗੀ ਕਹਿਤ ਮੁਕਤਾ, ਜਿਹੜੇ ਜੋਗੀ ਲੋਕ ਆ ਉਹ ਕਹਿੰਦੇ ਕਿ ਅਸੀਂ ਵੀ ਮੁਕਤ ਹੋ ਗਏ ਹਾਂ। ਤਪਸੀ ਤਪੇ ਰਾਤਾ, ਜਿਹੜਾ ਤਪਸਵੀ ਆ ਉਹ ਤਪ ਕਰਦਾ ਰਹਿੰਦਾ ਆ। ਫਿਰ ਮਹਾਰਾਜ ਕਹਿੰਦੇ ਮੋਨੀ ਮੋਨ ਧਾਰੇ, ਕਿ ਐਸੇ ਨੇ ਉਹਨਾਂ ਨੇ ਮੋਨ ਧਾਰਨ ਕੀਤਾ ਹੋਇਆ। ਉਹਨਾਂ ਨੇ ਸਮਝ ਲਿਆ ਕਿ ਚੁੱਪ ਕਰਨ ਦੇ ਨਾਲ ਸਾਨੂੰ ਪਰਮਾਤਮਾ ਦਾ ਭੇਦ ਮਿਲੂਗਾ। ਸੰਨਿਆਸੀ ਬ੍ਰਹਮਚਾਰੀ, ਕਹਿੰਦੇ ਕਈ ਐਸੇ ਆ ਉਹ ਵਿਆਹ ਨਹੀਂ ਕਰਦੇ, ਸੰਨਿਆਸੀ ਬਣ ਜਾਂਦੇ ਆ, ਬ੍ਰਹਮਚਾਰੀ ਅਖਵਾਉਂਦੇ ਆ। ਕਈ ਵੱਖ ਵੱਖ ਜਗ੍ਹਾ ਜਾਂਦੇ ਆ, ਉਹਨਾਂ ਨੇ ਕਹਿ ਦਿੱਤਾ ਕਿ ਉਦਾਸੀ ਉਦਾਸ ਰਾਤਾ। ਉਹ ਮਾਇਆ ਤੋਂ ਉਦਾਸ ਆਪਣੇ ਵੱਲੋਂ, ਅਰਥਾਤ ਕਿ ਮਾਇਆ ਤੋਂ ਪਰੇ ਰੱਖ ਕੇ ਉਹ ਵੱਖ ਵੱਖ ਜਗ੍ਹਾ ਜਾਂਦੇ ਆ, ਉਹਨਾਂ ਨੂੰ ਉਦਾਸੀ ਕਹਿ ਦਿੱਤਾ, ਉਦਾਸੀ ਉਦਾਸ ਰਾਤਾ। ਭਗਤ ਨਵੈ ਪ੍ਰਕਾਰਾ, ਪੰਡਿਤ ਵੇਦ ਪੁਕਾਰਾ, ਗਿਰਸਤੀ ਗ੍ਰਸਤ ਧਰਮਾਤਾ। ਜਿਹੜੇ ਭਗਤੀ ਕਰਦੇ ਆ ਤ੍ਰੈ ਗੁਣਾਂ ਦੇ ਵਿੱਚ, ਉਹ ਇੱਦਾਂ ਵੱਖ ਵੱਖ, ਜਿਵੇਂ ਅਸੀਂ ਹੁਣੇ ਵਿਚਾਰ ਕੀਤੇ ਉਦਾਸੀ ਸੰਨਿਆਸੀ ਦਾ, ਕਹਿੰਦੇ ਆਮ ਕਰਕੇ 9 ਪ੍ਰਕਾਰ ਦੀ ਭਗਤੀ ਗਿਣੀ ਜਾਂਦੀ ਆ। ਅਤੇ ਕਹਿੰਦੇ ਪੰਡਿਤ ਜਿਹੜੇ ਆ ਉਹ ਵੇਦਾਂ ਦਾ ਗਿਆਨ ਦਿੰਦੇ ਆ, ਪੰਡਿਤ ਵੇਦ ਪੁਕਾਰਾ, ਗ੍ਰਸਤ ਧਰਮਾਤਾ। ਕਈ ਐਸੇ ਨੇ ਉਹ ਗ੍ਰਸਤੀ ਅਖਵਾਉਂਦੇ ਨੇ, ਜਿਵੇਂ ਉਹਨਾਂ ਨੇ ਵਿਆਹ ਕੀਤਾ ਹੋਇਆ, ਬੱਚੇ ਸਾਂਭਦੇ ਆ ਆਪਣੇ, ਉਹ ਕਹਿੰਦੇ ਕਿ ਅਸੀਂ ਇਸ ਦੇ ਵਿੱਚ ਹੀ, ਇਹ ਸਾਡਾ ਧਰਮ ਆ, ਇਸ ਦੇ ਵਿੱਚ ਮਸਤ ਰਹਿੰਦੇ ਆ। ਇੱਕ ਸ਼ਬਦੀ ਬਹੁ ਰੂਪ ਅਵਤੂਤਾ, ਕਿ ਹੈਗੇ ਨਾਂਗੇ ਸਾਧੂ, ਉਹ ਵੀ ਇੱਕ ਸ਼ਬਦ ਨੂੰ ਉਚਾਰਨ ਕਰਦੇ ਆ। ਕਾਪੜੀ ਕੌਤੇ ਜਾਗੂਤਾ, ਕਿ ਐਸੇ ਨੇ ਉਹ ਵੱਖ ਵੱਖ ਕੱਪੜੇ ਪਹਿਨਦੇ ਨੇ, ਅਤੇ ਜਿਵੇਂ ਜਾਦੂਗਰ ਹੁੰਦੇ ਆ ਉਹ ਵੀ ਵੱਖ ਵੱਖ ਕੱਪੜੇ ਪਹਿਨ ਲੈਂਦੇ ਆ, ਵੱਖ ਵੱਖ ਸੰਗ ਧਾਰਨ ਕੀਤਾ ਹੁੰਦਾ ਉਹਨਾਂ ਨੇ। ਇੱਕ ਤੀਰਥ ਨਾਤਾ, ਕਿ ਐਸੇ ਆ ਉਹ ਕਹਿੰਦੇ ਤੀਰਥਾਂ 'ਤੇ ਜਾ ਕੇ ਅਸੀਂ ਇਸ਼ਨਾਨ ਕਰ ਲਈਏ, ਇਹ ਸਾਡਾ ਧਰਮ ਆ। ਨਿਰਹਾਰ ਵਰਤੀ ਅਪਰਸਾ, ਕਈ ਐਸੇ ਆ ਉਹ ਭੋਜਨ ਤੋਂ ਸੰਕੋਚ ਕਰਦੇ ਆ ਕਿ ਖਾਣਾ ਹੀ ਨਹੀਂ ਕੁਛ ਵੀ, ਅਤੇ ਆਪਣੇ ਆਪ ਨੂੰ ਅਪਰਸ ਖਵਾਉਂਦੇ ਆ। ਇੱਕ ਲੂਕ ਨਾ ਦੇਵੇ ਦਰਸਾ, ਕਿ ਐਸੇ ਆ ਉਹ ਸਮਾਜ ਤੋਂ ਲੁਕ ਜਾਂਦੇ ਆ, ਜਿਨ੍ਹਾਂ ਨੂੰ ਇੰਗਲਿਸ਼ ਵਿੱਚ ਹਰਮਿਟਸ ਕਹਿ ਦਿੰਦੇ ਆ। ਕਿਸੇ ਆਈਲੈਂਡ 'ਤੇ ਲੁਕ ਜਾਣਾ ਜਾਂ ਕਿਸੇ ਗੁਫਾ ਦੇ ਵਿੱਚ ਰਹਿਣਾ, ਉਹ ਕਿਸੇ ਨੂੰ ਦਰਸ਼ਨ ਨਹੀਂ ਦਿੰਦੇ। ਇੱਕ ਲੂਕ ਨਾ ਦੇਵੇ ਦਰਸਾ। ਇੱਕ ਮਨ ਹੀ ਗਿਆਤਾ, ਕਿ ਐਸੇ ਆ ਉਹ ਮਨ ਦੇ ਵਿੱਚ ਗਿਆਨ ਦੀਆਂ ਗੱਲਾਂ ਚਲਾਉਂਦੇ ਰਹਿੰਦੇ ਆ। ਅਤੇ ਜਿੰਨੇ ਵੀ ਜੀਵ ਆ, ਮਹਾਰਾਜ ਕਹਿੰਦੇ ਆ ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ, ਜਿਸ ਮੇਲੇ ਸੋ ਭਗਤਾ। ਕਿ ਇਹਨਾਂ ਵਿੱਚੋਂ ਕੋਈ ਘੱਟ ਨਹੀਂ ਅਖਵਾਉਂਦਾ, ਸਾਰੇ ਕਹਿੰਦੇ ਕਿ ਅਸੀਂ ਪਾ ਲਿਆ ਪਰਮਾਤਮਾ ਨੂੰ।
ਪਰ ਮਹਾਰਾਜ ਕਹਿੰਦੇ ਜਿਹਨੂੰ ਉਹ ਸੱਚ ਵਿੱਚ ਮਿਲਦਾ ਹੈ ਨਾ, ਅਸਲੀ ਭਗਤ ਉਹੀ ਹੈ ਜਿਸ ਮੇਲੇ ਸੋ ਭਗਤਾ। ਫਿਰ ਕਹਿੰਦੇ ਜਿੰਨੇ ਵੀ ਉਹ ਪਾ ਹੋਇਆ ਨਾ, ਇਹ ਸਾਰੇ ਉੱਕ ਗਏ, ਉੱਥੇ ਤੱਕ ਪਹੁੰਚੇ ਨਹੀਂ। ਆ ਜਿਹੜੇ ਤ੍ਰੈਗੁਣਾਂ ਦੇ ਵਿੱਚ ਜੀਵ ਕਰਦੇ ਆ, ਸਗਲ ਉਕਤ ਉਪਾਵਾ ਤਿਆਗੀ ਸਰਨ ਪਾਵਾ, ਨਾਨਕ ਗੁਰਚਰਨ ਪਰਾਤਾ। ਕਿ ਇਹ ਜਿਹੜੇ ਦ੍ਰਿਸ਼ਟਮਾਨ ਦੇ ਉਪਾਅ ਕਰਦੇ ਆ, ਕੋਈ ਮੌਨ ਧਾਰਨ ਕੀਤਾ ਹੋਇਆ, ਕੋਈ ਭੁੱਖਾ ਰਹਿੰਦਾ ਆ, ਕਹਿੰਦੇ ਕਿ ਇਹ ਜਿਹੜੇ ਸਾਰੇ ਸੰਸਾਰਕ ਤਰੀਕੇ ਦੇ ਨਾਲ ਤ੍ਰੈਗੁਣਾਂ ਦੇ ਵਿੱਚ ਰਹਿ ਕੇ ਇੱਦਾਂ ਪਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਆ, ਇਹ ਸਾਰੀਆਂ ਜੁਗਤੀਆਂ ਉੱਕ ਗਈਆਂ, ਉੱਥੇ ਤੱਕ ਪਹੁੰਚੀਆਂ ਨਹੀਂ। ਮਹਾਰਾਜ ਦੱਸਦੇ ਨੇ ਫਿਰ ਭੇਦਦੇ ਰਹੇ ਨੇ ਇੱਥੇ ਕਿ ਤਿਆਗੀ ਸ਼ਰਨ ਪਾਵਾ, ਕਿ ਸਾਰਾ ਕੁਛ ਤਿਆਗ ਕੇ ਅਸੀਂ ਪ੍ਰਮਾਤਮਾ ਦੀ ਸ਼ਰਨ ਵਿੱਚ ਆਏ। ਕਿਵੇਂ? ਨਾਨਕ ਗੁਰ ਚਰਨ ਭਰਾਤਾ, ਕਿ ਅਸੀਂ ਉਹਨਾਂ ਦੇ ਚਰਨਾਂ ਨਾਲ ਜੁੜ ਗਏ। ਅਤੇ ਉਹ ਚਰਨ ਕਿਹੜੇ ਆ? ਜਦੋਂ ਫਿਰ ਅਸੀਂ ਗੁਰਬਾਣੀ ਰਾਹੀਂ ਵਿਚਾਰ ਕਰਦੇ ਹਾਂ ਤਾਂ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਗੁਰ ਕੇ ਚਰਨ ਸਰੇਵਣੇ, ਤੀਰਥ ਹਰ ਕਾ ਨਾਉ, ਅੱਗੇ ਦਰਗਾਹ ਮੰਨੀਐ ਮਿਲੈ ਨਿਥਾਵੇਂ ਥਾਉ। ਕਿ ਗੁਰੂ ਦੇ ਚਰਨ, ਪ੍ਰਮਾਤਮਾ ਦੇ ਚਰਨ, ਉਹਨਾਂ ਦਾ ਨਾਮ ਹੀ ਆ, ਜੋ ਨਾਮ ਸਹਿਜ ਤੋਂ ਅੰਤਰਗਤ ਚੱਲ ਰਿਹਾ। ਜਦੋਂ ਅਸੀਂ ਉਸ ਨਾਮ ਦੇ ਨਾਲ ਜੁੜਦੇ ਹਾਂ ਅਤੇ ਸਮਝਿਆ ਜਾਂਦਾ ਕਿ ਅਸੀਂ ਪ੍ਰਮਾਤਮਾ ਦੇ ਚਰਨ, ਗੁਰੂ ਦੇ ਚਰਨਾਂ ਨਾਲ ਜੁੜ ਗਏ ਹਾਂ। ਅਤੇ ਜਿਹੜਾ ਉਸ ਨਾਮ ਦੇ ਨਾਲ ਜੁੜ ਜਾਂਦਾ ਉਹੀ ਪ੍ਰਵਾਨ ਹੁੰਦਾ ਹੈ ਦਰਗਾਹ ਦੇ ਵਿੱਚ, ਉਹਨੂੰ ਦਰਗਾਹ ਦੇ ਵਿੱਚ ਜਗ੍ਹਾ ਮਿਲਦੀ ਹੈ। ਉਹੀ ਨਾਮ ਤੀਰਥ ਹੈ। ਗੁਰ ਕੇ ਚਰਨ ਸਰੇਵਣੇ, ਤੀਰਥ ਹਰ ਕਾ ਨਾਉ, ਅੱਗੇ ਦਰਗਾਹ ਮੰਨੀਐ ਮਿਲੈ ਨਿਥਾਵੇਂ ਥਾਉ। ਸੋ ਨਾਮ ਦੇ ਨਾਲ ਅਸੀਂ ਜੁੜਨਾ ਆ। ਅਸੀਂ ਇਸ ਜੀਵਨ ਦੇ ਵਿੱਚ ਕਿਹੋ ਜਿਹੀ ਰਹਿਣੀ ਰਹੀਏ, ਕਿਹੋ ਜਿਹੀ ਰਹਿਤ ਰੱਖੀਏ ਕਿ ਅਸੀਂ ਉਸ ਨਾਮ ਦੇ ਦਾਇਰੇ ਦੇ ਵਿੱਚ ਹਰ ਵਕਤ ਰਹੀਏ। ਹੁਣ ਇਹ ਸਾਡੇ 'ਤੇ ਮਨਸਰ ਹੈ ਕਿ ਕਿੰਨਾ ਅਸੀਂ ਅਭਿਆਸ ਕਰਦੇ ਹਾਂ, ਕਿੰਨਾ ਅਸੀਂ ਯਤਨ ਕਰਦੇ ਹਾਂ ਅਸੀਂ ਇਸ 'ਤੇ ਤ੍ਰੈਗੁਣਾਂ ਤੋਂ ਆਪਣੇ ਆਪ ਨੂੰ ਸੰਕੋਚਣ ਦੇ। ਜਿਉਂ-ਜਿਉਂ ਅਸੀਂ ਅਭਿਆਸ ਕਰਦੇ ਹਾਂ, ਨਾਮ ਨਾਲ ਜੁੜਦੇ ਜਾਂਦੇ ਹਾਂ, ਸਾਡਾ ਜਿਹੜਾ ਪਿਆਰ ਆ ਦੁਨਿਆਵੀ ਪਦਾਰਥਾਂ ਨਾਲ, ਤ੍ਰੈਗੁਣਾਂ ਦੇ ਨਾਲ, ਉਹ ਟੁੱਟਣ ਲੱਗ ਪੈਂਦਾ। ਗੁਰੂ ਸਾਹਿਬ ਨੇ ਸਾਨੂੰ ਫਿਰ ਸਾਡੀ ਰਹਿਤ ਦੱਸੀ ਹੋਈ ਹੈ ਕਿ ਕਿਵੇਂ ਅਸੀਂ ਆਪਣੇ ਦਿਨ ਜਿਹੜੇ ਆ ਜੀਵਨ ਦੇ ਵਿੱਚ, ਜੋ ਸਾਡੀ ਜ਼ਿੰਦਗੀ ਆ ਰੋਜ਼ਾਨਾ ਕਿੱਦਾਂ ਦੀ ਹੋਣੀ ਚਾਹੀਦੀ ਹੈ ਸਾਡੀ। ਮਹਾਰਾਜ ਸਾਨੂੰ ਸਮਝਾਉਂਦੇ ਨੇ ਗੁਰਬਾਣੀ 'ਚ, ਕਹਿੰਦੇ ਕਿ ਜੇ ਅਸੀਂ ਗੁਰੂ ਦੇ ਸਿੱਖ ਅਖਵਾਉਂਦੇ ਹਾਂ, ਸਤਿਗੁਰੂ ਦੇ ਸਿੱਖ ਅਖਵਾਉਂਦੇ ਹਾਂ ਨਾ, ਸਭ ਤੋਂ ਪਹਿਲਾਂ ਅਸੀਂ ਉੱਠ ਕੇ ਉਸ ਨਾਮ ਦੇ ਨਾਲ ਹੀ ਜੁੜਨਾ ਹੁੰਦਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਪਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਹਾਵੈ। ਕਿ ਮਹਾਰਾਜ ਨੇ ਇੱਥੇ ਪ੍ਰਭਾਤ ਦੇ ਸਮੇਂ ਦੀ ਗੱਲ ਕੀਤੀ ਹੋਈ ਆ। ਅੰਮ੍ਰਿਤ ਵੇਲਾ ਤਾਂ ਅਸਲ ਵਿੱਚ ਕੋਈ ਵੀ ਵੇਲਾ ਜਿੱਥੇ ਅਸੀਂ ਪ੍ਰਮਾਤਮਾ ਦੀ ਵਡਿਆਈ ਕਰਦੇ ਹਾਂ, ਪ੍ਰਮਾਤਮਾ ਦੇ ਨਾਮ ਨਾਲ ਜੁੜਦੇ ਹਾਂ, ਉਹਨੂੰ ਅੰਮ੍ਰਿਤ ਵੇਲਾ ਕਿਹਾ ਹੋਇਆ। ਉੱਥੇ ਫਿਰ ਸਾਨੂੰ ਅੰਮ੍ਰਿਤ ਮਿਲਦਾ ਅੰਦਰੋਂ, ਜਿਹਨੂੰ ਮਹਾਰਾਜ ਕਹਿੰਦਾ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਦੁਨਿਆਵੀ ਤੌਰ 'ਤੇ ਉਂਝ ਸਭ ਤੋਂ ਜ਼ਿਆਦਾ ਸ਼ਾਂਤੀ ਵਾਲਾ ਸਮਾਂ ਉਦੋਂ ਹੁੰਦਾ ਆ ਜਦੋਂ ਪ੍ਰਭਾਤ ਦਾ ਸਮਾਂ ਹੁੰਦਾ, ਸਵੇਰ ਦਾ ਸਮਾਂ, ਅਰਲੀ ਮੋਰਨਿੰਗ। ਅਤੇ ਸੰਤ ਜਨ ਜਿਹੜੇ ਆ ਉਹ ਇਸ ਸਮੇਂ ਨੂੰ ਬਹੁਤ ਪਸੰਦ ਕਰਦੇ ਆ ਅਤੇ ਆਮ ਕਰਕੇ ਫਿਰ ਇਸ ਨੂੰ ਵੀ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ। ਜਿਹਨੂੰ ਮਹਾਰਾਜ ਕਹਿੰਦੇ ਕਿ ਜਦੋਂ ਇੱਦਾਂ ਰਾਤ ਹੁੰਦੀ ਆ, ਸੰਤ ਜਨ ਉਦੋਂ ਜਾਗਦੇ ਆ, ਉਦੋਂ ਤਾਰੇ ਜਿਹੜੇ ਆ ਆਕਾਸ਼ ਵਿੱਚ ਚਮਕਦੇ ਨੇ। ਪਿੰਨੀ ਰਹਿ ਨੜੀਏ ਚਮਕਨ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਉਸ ਵੇਲੇ ਇਸ ਵਾਤਾਵਰਨ ਵਿੱਚ, ਤ੍ਰਿਲੋਕੀ ਦੇ ਵਿੱਚ ਸ਼ਾਂਤੀ ਬੜੀ ਹੁੰਦੀ ਆ। ਆਮ ਜੀਵ ਸਾਰੇ ਸੁੱਤੇ ਹੁੰਦੇ ਆ ਅਤੇ ਜਿਹੜਾ ਜਗਿਆਸੂ ਹੁੰਦਾ ਆ ਉਹ ਅਰਲੀ ਜਾਗ ਕੇ ਅਭਿਆਸ ਕਰਦਾ ਹੈ। ਉਸ ਵੇਲੇ ਜਦੋਂ ਅਸੀਂ ਸਵੇਰੇ ਉੱਠਦੇ ਵੀ ਹਾਂ ਅਤੇ ਜਦੋਂ ਅਸੀਂ ਸੌਣ ਤੋਂ ਬਾਅਦ ਇੱਦਾਂ ਉੱਠਦੇ ਹਾਂ ਸਵੇਰੇ ਸਵੇਰੇ, ਸ਼ਾਂਤੀ ਇੱਥੇ ਤ੍ਰਿਲੋਕੀ ਦੇ ਵਿੱਚ ਹੁੰਦੀ ਹੈ ਅਤੇ ਸਾਨੂੰ ਬਹੁਤ ਸਹਿਜ ਦੇ ਨਾਲ ਸੌਖਾ ਲੱਗਦਾ ਆ ਸ਼ਬਦ ਨਾਲ ਅੰਤਰਗਤ ਜੁੜਨਾ। ਹੁਣ ਕਈਆਂ ਦੇ ਇੱਥੇ ਸਵਾਲ ਵੀ ਹੁੰਦੇ ਆ, ਉਹ ਕਹਿੰਦੇ ਫਿਰ ਅਸੀਂ ਨਿਤਨੇਮ ਪਹਿਲਾਂ ਕਰਿਆ ਕਰੀਏ, ਆਪਣਾ ਪਾਠ ਕਰਿਆ ਕਰੀਏ ਕਿ ਪਹਿਲਾਂ ਨਾਮ ਜਪਿਆ ਕਰੀਏ। ਅਤੇ ਇੱਥੇ ਮਹਾਰਾਜ ਨੇ ਸਾਨੂੰ
ਸਭ ਤੋਂ ਪਹਿਲਾਂ ਇਹੀ ਸਮਝਾਇਆ ਹੋਇਆ ਕਿ ਉਸ ਨਾਮ ਨਾਲ ਅੰਤਰਗਤ ਜੁੜਨਾ ਹੈ, ਕਿ ਗੁਰੂ ਦਾ ਸਿੱਖ ਉਹ ਆ ਜਿਹੜਾ ਇਸ ਸਮੇਂ ਪ੍ਰਭਾਤ ਦੇ ਸਮੇਂ ਜਾ ਕੇ ਆਪਣੇ ਸੁਰਤੀ ਦਾ ਇਸ਼ਨਾਨ ਕਰਦਾ ਆ ਅੰਮ੍ਰਿਤਸਰ ਦੇ ਵਿੱਚ, ਜੋ ਸਾਡੇ ਅੰਦਰ ਤੀਰਥ ਆ, ਜਿਹਨੂੰ ਮਹਾਰਾਜ ਕਹਿੰਦੇ ਆ ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤਸਰ ਤੀਰਥ ਨਹਾਏ। ਉਹ ਤੀਰਥ ਨਾਮ ਨੂੰ ਕਿਹਾ ਜੋ ਸਾਡੇ ਅੰਦਰ ਆ, ਜਿਸ ਦੇ ਨਾਲ ਜਦੋਂ ਸਾਡੀ ਸੁਰਤੀ ਜੁੜਦੀ ਆ, ਸਾਡੇ ਜਿਹੜੇ ਮਨ ਆ ਉਹ ਧੋਤੇ ਜਾਂਦੇ ਆ, ਸਾਡਾ ਮਨ ਜਿਹੜਾ ਆ ਸ਼ੁੱਧ ਹੋ ਜਾਂਦਾ ਆ, ਵਿਚਾਰਾਂ ਤੋਂ ਰਹਿਤ ਹੋ ਜਾਂਦਾ ਆ, ਅਤੇ ਸਾਨੂੰ ਅੰਦਰੋਂ ਰਸ ਆਉਂਦਾ ਹੈ ਜਿਹਨੂੰ ਅੰਮ੍ਰਿਤ ਕਹਿ ਦਿੱਤਾ ਆ। ਸੋ ਸਭ ਤੋਂ ਪਹਿਲਾਂ ਗੁਰਸਿੱਖ ਦਾ ਕਰਮ ਇਹੀ ਹੁੰਦਾ ਹੈ ਕਿ ਉਸ ਨਾਮ ਨਾਲ ਜੁੜਨਾ। ਕਈ ਐਸੇ ਆ ਗੁਰਮੁਖ ਜਨ ਜੋ ਅਭਿਆਸ ਕਰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਅਸੀਂ ਰਾਤ ਨੂੰ ਸੌਣਾ ਆ ਉਦੋਂ ਵੀ ਅਸੀਂ ਵਾਹਿਗੁਰੂ ਵਾਹਿਗੁਰੂ ਕਰਕੇ ਸੌਣਾ ਹੁੰਦਾ, ਸਵੇਰੇ ਉੱਠਣ ਸਾਰ ਮੁੜ ਕੇ ਫਿਰ ਉਹੀ ਅਭਿਆਸ ਸ਼ੁਰੂ ਹੋ ਜਾਏ। ਕਈ ਐਸੇ ਨੇ ਉਹ ਧਿਆਨ ਦੀ ਅਵਸਥਾ ਦੇ ਵਿੱਚ ਰਹਿੰਦੇ ਆ ਕਿ ਜਦੋਂ ਉਹ ਉੱਠਣ ਸਾਰ ਹਜੇ ਅੱਖਾਂ ਖੁੱਲ੍ਹੀਆਂ ਨਹੀਂ ਹੁੰਦੀਆਂ ਅਤੇ ਉਹਨਾਂ ਨੂੰ ਇੱਧਰਲੇ ਪਾਸੇ ਜਦੋਂ ਪਾਉਣ ਨਾਲ ਸੁਰਤੀ ਜੁੜ ਜਾਂਦੀ ਆ, ਉਹ ਸਭ ਤੋਂ ਪਹਿਲਾਂ ਆਪਣੇ ਜਿਹੜੇ ਇਹ ਨਾਸਕਾਂ ਆ ਉਹ ਦੇਖ ਲੈਂਦੇ ਆ ਕਿ ਇਹ ਸਾਹਮਣੇ ਆ ਕਿ ਨਹੀਂ। ਜਿੰਨੇ ਅਸੀਂ ਜੀਵ ਸੰਸਾਰ ਵਿੱਚ ਆ, ਸਾਡੇ ਦਸਮ ਦੁਆਰ ਉਨਾ ਚਿਰ ਬੰਦ ਰਿਹਾ ਜਿੰਨਾ ਚਿਰ ਸਾਡੇ ਇਹ ਸਵਾਸ ਸਮ ਨਹੀਂ ਹੁੰਦੇ, ਬੈਲੈਂਸ ਦੇ ਵਿੱਚ ਨਹੀਂ, ਜੋ ਨਾਸਕਾਂ ਦੇ ਵਿੱਚ ਸਾਨੂੰ ਸਾਹ ਆ ਰਿਹਾ। ਤੁਸੀਂ ਦੇਖੋਗੇ ਕਿ ਜਦੋਂ ਅਸੀਂ ਆਮ ਸੰਸਾਰ ਵਿੱਚ ਵਿਚਰ ਰਹੇ ਹਾਂ, ਕਦੇ ਸਾਨੂੰ ਪਾਉਣ ਦਾ ਵਹਾਅ ਸੱਜੇ ਪਾਸੇ ਜ਼ਿਆਦਾ ਹੁੰਦਾ, ਕਦੇ ਖੱਬੇ ਪਾਸੇ ਜ਼ਿਆਦਾ ਹੁੰਦਾ। ਜੋ ਸਾਡੀਆਂ ਨਾਸਕਾਂ ਇਹਨਾਂ ਦੀ ਗੱਲ ਚੱਲ ਰਹੀ ਆ ਕਿ ਇਹ ਹਮੇਸ਼ਾ ਬੈਲੈਂਸ ਦੇ ਵਿੱਚ ਨਹੀਂ ਹੁੰਦੇ। ਗੁਰਮੁਖ ਜਨ ਜਿਹੜੇ ਆ ਉਹਨਾਂ ਨੂੰ ਇਸ ਗੱਲ ਦਾ ਭੇਦ ਆ ਕਿ ਸਾਡਾ ਮਨ ਜਿਹੜਾ ਆ ਇਹ ਪਾਉਣ ਦੇ ਨਾਲ ਜੁੜਿਆ ਹੋਇਆ। ਇੱਥੇ ਤ੍ਰੈਗੁਣਾਂ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ, ਜਿਹਨੂੰ ਮਹਾਰਾਜ ਕਹਿੰਦੇ ਆਸਾ ਅੰਦੇਸਾ ਬੰਦ ਪਰਾਨਾ ਮਹਿਲ ਨਾ ਪਾਵੈ ਫਿਰਤ ਬੇਗਾਨਾ, ਕਿ ਆਸਾ ਅੰਦੇਸਾ ਚਿੰਤਾਵਾਂ ਅਤੇ ਫਿਕਰਾਂ ਦੇ ਵਿੱਚ ਵੀ ਇਹ ਸਾਡਾ ਮਨ ਪੈ ਚੁੱਕਾ ਆ। ਜਦੋਂ ਅਸੀਂ ਪਾਉਣ ਦੇ ਨਾਲ ਜੁੜ ਗਏ ਹਾਂ ਅਤੇ ਸਾਡੇ ਜਿਹੜੇ ਦਸਮ ਦੁਆਰ ਦਾ ਦਰਵਾਜ਼ਾ ਆ, ਇਸ ਨੂੰ ਬੰਦ ਕੀਤਾ ਹੋਇਆ 3 ਤਰੀਕਿਆਂ ਦੇ ਨਾਲ। ਉਹ 3 ਤਰੀਕੇ ਕਿਹੜੇ ਨੇ ਜਿਸ ਦੁਆਰਾ ਦਸਮ ਦੁਆਰ ਬੰਦ ਕੀਤਾ ਜਾਂਦਾ? ਇੱਕ ਤਾਂ ਹੈ ਕਿ ਸਾਡਾ ਪਾਉਣ ਦਾ ਸੰਤੁਲਨ ਵਿਗਾੜਿਆ ਹੋਇਆ, ਸਾਡੇ ਇਹਨਾਂ ਨਾਸਕਾਂ ਦੇ ਵਿੱਚੋਂ ਬਰਾਬਰ ਸਾਹ ਨਹੀਂ ਆਉਂਦਾ, ਦੋਨਾਂ ਨਾਸਕਾਂ ਦੇ ਵਿੱਚ ਕਦੇ ਵੱਧ ਘੱਟ, ਕਦੇ ਇੱਕ ਪਾਸੇ ਜ਼ਿਆਦਾ, ਕਦੇ ਖੱਬੇ ਪਾਸੇ ਜ਼ਿਆਦਾ, ਕਦੇ ਸੱਜੇ ਪਾਸੇ। ਜਿਹੜੇ ਗੁਰਮੁਖ ਜਨ ਅਭਿਆਸ ਕਰਦੇ ਆ ਗੁਰਮੰਤਰ ਦਾ, ਜਦੋਂ ਅਭਿਆਸ ਕਰਦੇ ਆ ਧਿਆਨ ਲਗਾ ਕੇ, ਅਤੇ ਇਹ ਦੋਨੋਂ ਨਾਸਕਾਂ ਸਮ ਹੋ ਜਾਂਦੀਆਂ, ਬਰਾਬਰ ਹੋ ਜਾਂਦੀਆਂ, ਉਹ ਦਰਵਾਜ਼ਾ ਫਿਰ ਦਸਮ ਦੁਆਰ ਦਾ ਖੁੱਲ੍ਹ ਜਾਂਦਾ, ਅੰਦਰੋਂ ਆਵਾਜ਼ ਆਉਂਦੀ ਆ ਫਿਰ, ਅਤੇ ਸਹਿਜ ਦੇ ਵਿੱਚ ਬੈਠ ਕੇ ਅੰਦਰੋਂ ਆਵਾਜ਼ ਨੂੰ ਸੁਣ ਸਕਦੇ ਆ। ਕਈ ਐਸੇ ਗੁਰਮੁਖ ਨੇ, ਉਹਨਾਂ ਨੂੰ ਕਿਉਂਕਿ ਉਹਨਾਂ ਨੇ ਅਭਿਆਸ ਕੀਤਾ ਹੁੰਦਾ, ਕਮਾਈ ਕੀਤੀ ਹੁੰਦੀ ਆ, ਮਹਾਰਾਜ ਫਿਰ ਵੀ ਉਹਨਾਂ ਨੂੰ ਅੰਦਰੋਂ ਸ਼ਬਦ ਸੁਣਾ ਦਿੰਦੇ ਆ, ਪਰ ਉਹਨਾਂ ਦੀ ਨਾਸਕਾਂ ਪੂਰੀ ਤਰ੍ਹਾਂ ਸਮ ਨਹੀਂ ਹੋਈਆਂ ਹੁੰਦੀਆਂ। ਉਹਨਾਂ ਨੇ ਫਿਰ ਜਦੋਂ ਬਹਿਣਾ ਹੁੰਦਾ, ਉਹਨਾਂ ਨੂੰ ਵਿਚਾਰ ਵੀ ਬਹੁਤ ਆਉਂਦੇ ਇੱਕ ਪਾਸਿਓਂ, ਅਤੇ ਇੱਕ ਪਾਸੇ ਉਹ ਸ਼ਬਦ ਨੂੰ ਸੁਣਨ ਦੀ ਕੋਸ਼ਿਸ਼ ਕਰਦੇ। ਤਾਂ ਹੀ ਗੁਰਮੁਖਾਂ ਨੇ ਸਮਝਾਇਆ ਸੀ, ਪਿਤਾ ਜੀ ਹੁਣੇ ਦੱਸਦੇ ਸੀਗੇ ਕਿ ਇਹਨਾਂ ਨੂੰ ਕੋਸ਼ਿਸ਼ ਕਰਿਆ ਕਰੋ ਕਿ ਸਮ ਕਰਕੇ ਫਿਰ ਬੈਠਣਾ। ਜਦੋਂ ਅਸੀਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਸਾਸਗ੍ਰਾਸ ਸਿਮਰਨ, ਸਾਸ ਸਿਮਰਨ, ਤਾਂ ਵੀ ਇਹ ਸਮ ਹੋ ਜਾਂਦੇ ਆ। ਜਾਂ ਜਦੋਂ ਅਸੀਂ ਇੱਥੇ ਪੈਰਾਗ 'ਤੇ ਇਸ਼ਨਾਨ ਕਰਦੇ ਹਾਂ, ਜਿੱਥੇ ਈੜਾ ਪਿੰਗਲਾ ਅਤੇ ਸੁਖਮਨਾਂ ਦਾ ਮਿਲਾਪ ਹੁੰਦਾ, ਜਿੱਥੇ ਐਨਕ ਦੀ ਟੇਕ ਲੱਗਦੀ ਹੈ ਨੱਕ 'ਤੇ, ਅਤੇ ਉੱਥੇ ਥੋੜ੍ਹਾ ਅਭਿਆਸ ਕਰੀਏ ਸੁਰਤੀ ਦੁਆਰਾ ਗੁਰਮੰਤਰ ਦਾ, ਅਤੇ ਸੁਰਤੀ ਨੂੰ ਥੋੜ੍ਹਾ ਉੱਥੇ ਹਿਲਾਈ ਜਾਏ, ਅਤੇ ਇਹ ਬਹੁਤ ਛੇਤੀ ਨਾਸਕਾਂ ਸਮ ਹੋ ਜਾਂਦੀਆਂ। ਦੂਜਾ ਤਰੀਕਾ ਦਸਮ ਦੁਆਰ ਨੂੰ ਬੰਦ ਰੱਖਣ ਦਾ ਇਹ ਆ ਕਿ ਸਾਡੇ ਜਿਹੜੇ ਨੇਤਰ ਆ, ਇੱਕ ਨੂੰ ਸੂਰਜ ਕਹਿ ਦਿੱਤਾ ਜੋ ਸੱਜੇ ਪਾਸੇ ਦਾ ਆ, ਅਤੇ ਖੱਬੇ ਪਾਸੇ ਦਾ ਨੇਤਰ ਇਸ ਨੂੰ ਚੰਦਰਮਾ ਕਹਿ ਦਿੱਤਾ। ਇਹ ਵੀ ਦੋਨੋਂ ਸਾਹਮਣੇ ਹੈ। ਸੱਜੇ ਨੇਤਰ ਦੇ ਵਿੱਚ ਲਾਈਟ ਥੋੜ੍ਹੀ ਜ਼ਿਆਦਾ ਆ, ਤਾਂ ਇਹਨੂੰ ਸੂਰਜ ਕਿਹਾ ਹੋਇਆ, ਖੱਬੇ 'ਚ ਘੱਟ ਆ, ਇਹਨੂੰ ਕਹਿੰਦੇ ਚੰਦਰਮਾ। ਫਿਰ ਤੀਜਾ ਤਰੀਕਾ ਜਿਸ ਦੁਆਰਾ ਇਸ ਦਸਮ ਦੁਆਰ ਨੂੰ ਬੰਦ ਕੀਤਾ, ਉਹ ਹੈ ਕਿ ਸਾਡਾ ਮਨ ਜਿਹੜਾ ਤ੍ਰੈਗੁਣਾਂ ਦੇ ਵਿੱਚ ਉਂਝ ਵਿਚਾਰ ਲੈਂਦਾ ਰਹਿੰਦਾ ਆ, ਅਤੇ ਇੱਥੇ ਇਹਨੇ ਮੋਹ ਪਾ ਲਿਆ ਆ, ਤਾਂ ਨਹੀਂ ਉੱਠਦਾ। ਜਦੋਂ ਨਹੀਂ ਤਾਂ ਵਿਚਾਰ ਖਤਮ ਹੋ ਜਾਣ, ਨਹੀਂ ਤਾਂ ਸਾਡੇ ਨੇਤਰੇ ਸਮ ਹੋ ਜਾਣ, ਜਾਂ ਸਾਡੀਆਂ ਨਾਸਕਾਂ ਸਮ ਹੋ ਜਾਣ, ਇਹਨਾਂ 'ਚੋਂ ਇੱਕ ਵੀ ਅਸੀਂ ਕਰ ਲਈਏ ਤਾਂ ਕੀ ਹੁੰਦਾ ਹੈ ਕਿ ਉਹ ਦਸਮ ਦੁਆਰ ਦਾ ਦਰਵਾਜ਼ਾ ਖੁੱਲ੍ਹ ਜਾਂਦਾ।
ਪਰ ਸਾਰਿਆਂ ਨਾਲ ਤਰੀਕਾ ਸੌਖਾ ਹੈ ਕਿ ਸਾਸ ਗ੍ਰਾਸ ਸਿਮਰਨ ਕਰਦੇ ਜਾਂ ਇੱਥੇ ਪ੍ਰਾਗ 'ਤੇ ਇਸ਼ਨਾਨ ਕਰਕੇ ਇਹਨਾਂ ਨਾਸਕਾਂ ਨੂੰ ਸਮ ਕਰਨਾ। ਹੁਣ ਜਦੋਂ ਅਸੀਂ ਇੱਧਰਲੇ ਪਾਸੇ ਆਉਂਦੇ ਹਾਂ, ਕਈ ਗੁਰਮੁਖਾਂ ਨੇ ਬਾਹਰੋਂ ਬ੍ਰਹਮ ਜੋਤ ਦੇ ਦਰਸ਼ਨ ਕੀਤੇ ਹੁੰਦੇ ਆ। ਪਿਤਾ ਜੀ ਦੱਸਦੇ ਹੁੰਦੇ ਸੀ ਜਿਹਨਾਂ ਗੁਰਮੁਖਾਂ ਨੇ ਬ੍ਰਹਮ ਜੋਤ ਦੇ ਦਰਸ਼ਨ ਕੀਤੇ ਆ, ਉਹ ਸਵੇਰੇ ਉੱਠਣ ਸਾਰ ਬ੍ਰਹਮ ਜੋਤ ਦੇ ਵਿੱਚ ਹੀ ਧਿਆਨ ਲਾ ਲੈਣ। ਬਾਹਰ ਜਦੋਂ ਦੇਖਿਆ ਕਿ ਇਹ ਸਾਡੇ ਨਾਸਕਾਂ ਸਾਹਮਣੇ ਆ, ਉਸ ਵੇਲੇ ਹਜੇ ਅੱਖਾਂ ਖੁੱਲ੍ਹੀਆਂ ਨਹੀਂ ਹੁੰਦੀਆਂ, ਫਿਰ ਖੋਲ੍ਹ ਕੇ ਉਹ ਬ੍ਰਹਮ ਜੋਤ ਦੇ ਵਿੱਚ ਧਿਆਨ ਲਾ ਲੈਣ। ਸਹਿਜ ਧੁਨ ਨੂੰ ਫਿਰ ਪਕੜ ਲੈਣ ਜੋ ਪ੍ਰਮਾਤਮਾ ਉਚਾਰਨ ਕਰ ਰਿਹਾ ਆਵਾਜ਼। ਅਤੇ ਜਿੱਥੇ ਅਸੀਂ ਰਾਤ ਗਏ ਸੰਗਤ ਵਿੱਚ, ਕਿਉਂਕਿ ਸਾਰੇ ਜੀਵ ਜਿੰਨੇ ਵੀ ਆ, ਰਾਤ ਨੂੰ ਜਦੋਂ ਅਸੀਂ ਸੌਂਦੇ ਹਾਂ, ਸਾਡੇ ਮਾਲਕ ਪ੍ਰਮਾਤਮਾ ਨੇ ਇੱਕ ਸਭਾ ਬੁਲਾਈ ਹੁੰਦੀ ਆ, ਜਿਹਨੂੰ ਮਹਾਰਾਜ ਕਹਿੰਦੇ ਅਗੰਮ ਅਗਾਧ ਸੁਣੋ ਜਨ ਕਥਾ ਪਾਰ ਬ੍ਰਹਮ ਕੀ ਅਚਰਜ ਸਭਾ, ਕਿ ਪਾਰ ਬ੍ਰਹਮ ਨੇ ਇੱਕ ਅਚਰਜ ਸਭਾ ਬੁਲਾਈ ਹੁੰਦੀ ਆ। ਉਹ ਰਾਤ ਨੂੰ ਜਿੱਥੇ ਸਾਡਾ ਮਨ ਸੰਗਤ ਕਰਨ ਜਾਂਦਾ। ਤਾਂ ਹੀ ਕਈ ਵਾਰੀ ਕਈ ਜੀਵਾਂ ਨੂੰ ਸੁਪਨੇ ਆਉਂਦੇ ਆ ਰਾਤ ਨੂੰ, ਅਤੇ ਉਹ ਸੁਪਨੇ ਐਸੇ ਹੁੰਦੇ ਕਿ ਉਹਨਾਂ ਨੂੰ ਬ੍ਰਹਮ ਦੀ ਵਿਚਾਰ ਸੁਣਦੀ ਆ, ਗੁਰਬਾਣੀ ਦੀ ਵਿਚਾਰ ਸੁਣਦੀ ਆ, ਜਾਂ ਸਿਮਰਨ ਅਭਿਆਸ ਚੱਲ ਰਿਹਾ ਹੁੰਦਾ ਆ, ਜਾਂ ਅਨਹਦ ਸ਼ਬਦ ਬੈਠ ਕੇ ਸੁਣ ਰਹੇ ਆ। ਉਹ ਫਿਰ ਸਵੇਰੇ ਆ ਕੇ ਦੱਸਦੇ ਹੁੰਦੇ ਕਿ ਸਾਨੂੰ ਸੁਪਨੇ ਦੇ ਵਿੱਚ ਇੱਦਾਂ ਹੋਇਆ। ਅਸਲ ਵਿੱਚ ਉਹ ਸੁਪਨਾ ਨਹੀਂ ਹੁੰਦਾ, ਉਹ ਅਸਲੀਅਤ ਹੁੰਦੀ ਆ। ਜਿੱਥੇ ਬ੍ਰਹਮ ਦੀ ਵਿਚਾਰ ਹੋਵੇ, ਅਨਹਦ ਸ਼ਬਦ ਸੁਣ, ਨਾਮ ਨੂੰ ਅਸੀਂ ਉਚਾਰਨ ਕਰ ਰਹੇ ਹਾਂ ਸੰਗਤ ਵਿੱਚ ਬੈਠੇ, ਭਾਵੇਂ ਗੁਰਬਾਣੀ ਅਸੀਂ ਉਚਾਰਨ ਕਰ ਰਹੇ ਹਾਂ, ਉਹ ਸਾਰੇ ਚੌਥੇ ਪਦ ਦੀ ਬਾਣੀ ਹੈ। ਉਹ ਅਸਲੀ ਸੁਪਨਾ ਨਹੀਂ ਹੁੰਦਾ, ਉਹ ਅਸਲੀਅਤ ਹੁੰਦੀ ਆ। ਸਾਡਾ ਮਨ ਸੰਗਤ ਵਿੱਚ ਗਿਆ ਹੁੰਦਾ। ਜਿੱਥੇ ਜਾ ਕੇ ਅਸੀਂ ਸੁਪਨਾ ਰਾਤ ਨੂੰ ਲੈਂਦੇ ਅਤੇ ਤ੍ਰੈ ਗੁਣਾਂ ਦੀਆਂ ਚੀਜ਼ਾਂ ਦੇਖਦੇ ਹਾਂ, ਤ੍ਰਿਲੋਕੀ ਦਾ ਚਿੰਤਾਵਾਂ ਦੇ ਫਿਕਰਾਂ ਦੇ ਵਿੱਚ ਪੈਂਦੇ ਹਾਂ, ਉਹ ਹੁੰਦਾ ਸੁਪਨਾ। ਜਦੋਂ ਅਸੀਂ ਰਾਤ ਨੂੰ ਇੱਦਾਂ ਉਸ ਸਭਾ ਦੇ ਵਿੱਚ ਜਾਂਦੇ ਹਾਂ ਜਿੱਥੇ ਸੰਗਤ ਹੁੰਦੀ ਹੋਵੇ, ਉੱਥੇ ਬ੍ਰਹਮ ਦੀ ਵਿਚਾਰ ਵੀ ਚੱਲ ਸਕਦੀ, ਸਾਨੂੰ ਕਥਾ ਵੀ ਭੇਦ ਮਿਲਦਾ ਹੈ। ਹੁਣ ਅਸੀਂ ਜਦੋਂ ਅਭਿਆਸ ਕਰਨਾ ਹੁੰਦਾ, ਅਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਅਸੀਂ ਸੌਂਦੇ ਹਾਂ ਸਾਰ ਵੀ ਅਭਿਆਸ ਕਰਦੇ ਕਰਦੇ ਵਾਹਿਗੁਰੂ ਗੁਰਮੰਤਰ ਨੂੰ ਉਚਾਰਨ ਕਰਦੇ ਆਪਣੇ ਘਰ ਵਿੱਚ ਜਾਈਏ, ਅਤੇ ਸਵੇਰੇ ਉੱਠਣ ਸਾਰ ਮੁੜ ਕੇ ਫਿਰ ਸਾਡਾ ਅਭਿਆਸ ਸ਼ੁਰੂ ਹੋ ਜਾਏ। ਹੁਣ ਮਹਾਰਾਜ ਨੇ ਫਿਰ ਸਮਝਾਇਆ ਹੈ ਕਿ ਜਦੋਂ ਫਿਰ ਇਸ ਤਰੀਕੇ ਨਾਲ ਅਸੀਂ ਆਪਣਾ ਸਵੇਰ ਦਾ ਸਮਾਂ ਸੰਭਾਲ ਲੈਂਦੇ ਹਾਂ, ਫਿਰ ਅਸੀਂ ਹਰੀ ਦੇ ਨਾਮ ਦਾ ਜਾਪ ਕਰੀ ਜਾਣਾ, ਭਾਵੇਂ ਅਸੀਂ ਕੋਈ ਵੀ ਕਰਮ ਕਰਦੇ ਹਾਂ ਸੰਸਾਰ ਵਿੱਚ। ਇਹਨੂੰ ਮਹਾਰਾਜ ਕਹਿੰਦੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਸਾਡੇ ਜਿੰਨੇ ਵੀ ਪਾਪ ਕੀਤੇ ਹੋਏ ਆ, ਦੁੱਖ ਸਾਡੇ ਸਾਰੇ ਉਹ ਲੱਥ ਜਾਂਦੇ ਆ ਜੇ ਇਸ ਤਰੀਕੇ ਨਾਲ ਚੱਲਾਂਗੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਫਿਰ ਜਦੋਂ ਦਿਨ ਚੜ੍ਹਨ ਲੱਗ ਪੈਂਦਾ, ਫਿਰ ਗੁਰਬਾਣੀ ਗਾਓ, ਆਪਣਾ ਪੰਜ ਬਾਣੀਆਂ ਦਾ ਪਾਠ ਕਰੋ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਕਿ ਬਹਿੰਦਿਆਂ ਉੱਠਦਿਆਂ ਫਿਰ ਹਰੀ ਦਾ ਨਾਮ 'ਤੇ ਆਉਣਾ ਆ। ਹੁਣ ਇੱਥੇ ਆ ਗਿਆ ਕਿ ਸਭ ਤੋਂ ਪਹਿਲਾਂ ਨਾਮ ਦੇ ਨਾਲ ਜੁੜਨਾ ਸੀ ਅੰਤਰਗਤ, ਅਤੇ ਫਿਰ ਜਿਉਂ-ਜਿਉਂ ਅਸੀਂ ਦਿਨ ਚੜ੍ਹਦਾ ਹੈ ਗੁਰਬਾਣੀ ਗਾਉਣੀ ਆ, ਅਤੇ ਫਿਰ ਜਦੋਂ ਵੀ ਬਹਿੰਦੇ ਉੱਠਦੇ ਹਾਂ ਅਸੀਂ ਹਰੀ ਦਾ ਨਾਮ 'ਤੇ ਆਈ ਜਾਣਾ। ਜੋ ਸਾਸ ਗ੍ਰਾਸ 'ਤੇ ਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ। ਫਿਰ ਮਹਾਰਾਜ ਕਹਿੰਦੇ ਕਿ ਗੁਰੂ ਸਾਹਿਬ ਦੇ ਮਨ ਨੂੰ ਉਹ ਸਿੱਖ ਭਾਉਂਦਾ ਆ, ਮਹਾਰਾਜ ਖੁਸ਼ ਹੁੰਦੇ ਉਸ ਗੁਰਸਿੱਖ 'ਤੇ ਜਿਹੜਾ ਸਾਸ ਗ੍ਰਾਸ ਸਿਮਰਨ ਕਰਦਾ। ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਅਤੇ ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਅਤੇ ਜਿਹਦੇ 'ਤੇ ਫਿਰ ਮਹਾਰਾਜ ਦਇਆ ਕਰਦੇ ਆ, ਉਸ ਗੁਰਸਿੱਖ ਨੂੰ ਗੁਰੂ ਸਾਹਿਬ ਆਪਣਾ ਉਪਦੇਸ਼ ਦਿੰਦੇ ਆ। ਉਪਦੇਸ਼ ਇਸ ਤਰੀਕੇ ਨਾਲ ਦਿੰਦੇ ਆ ਕਿ ਉਹ ਗੁਰਸਿੱਖ ਨੂੰ ਸਾਰੀ ਸਮਝ ਆਉਂਦੀ ਹੈ ਕਿ ਬ੍ਰਹਮ ਦੇ ਗਿਆਨ ਦੀ ਜੋ ਗੁਰਬਾਣੀ ਵਿੱਚ ਸਾਨੂੰ ਉਪਦੇਸ਼ ਦਿੱਤਾ ਹੋਇਆ, ਉਹ ਫਿਰ ਗੁਰਸਿੱਖ ਦੂਜਿਆਂ ਨੂੰ ਵੀ ਉਹੀ ਉਪਦੇਸ਼ ਦਿੰਦੇ ਆ। ਤਾਂ ਮਹਾਰਾਜ ਕਹਿੰਦੇ ਆ ਕਿ ਉਹ ਆਪ ਜਪਦੇ ਆ ਉਹ ਗੁਰਸਿੱਖ, ਫਿਰ ਦੂਜਿਆਂ ਨੂੰ ਜਪਾਉਂਦੇ ਵੀ ਆ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਮਹਾਰਾਜ ਕਹਿੰਦੇ ਆ ਕਿ ਅਸੀਂ ਉਸ ਗੁਰਸਿੱਖ ਦੀ ਚਰਨ ਧੂੜੀ ਚਾਹੁੰਦੇ ਹਾਂ ਜਿਹੜਾ ਆਪ ਇੱਦਾਂ ਜਪਦਾ ਹੋਵੇ, ਦੂਜਿਆਂ ਨੂੰ ਜਪਾਉਂਦਾ ਹੋਵੇ। ਸੋ ਮਹਾਰਾਜ ਨੇ ਸਾਨੂੰ ਜੋ ਭੇਦ ਦਿੱਤਾ ਹੋਇਆ ਕਿ ਅਸੀਂ ਆਪਣੇ ਜੀਵਨ ਨੂੰ ਕਿਵੇਂ ਢਾਲਣਾ, ਅਸੀਂ ਕਿਸ ਤਰੀਕੇ ਦੇ ਨਾਲ ਰਹਿਤ ਰਹਿਣੀ ਜਿਹੜੀ ਹੈ ਸਾਡੀ, ਅਸੀਂ ਰੱਖਣੀ ਹੈ ਸੰਸਾਰ ਵਿੱਚ, ਉਹ ਸਾਰਾ ਭੇਦ ਸਾਨੂੰ ਗੁਰਬਾਣੀ 'ਚ ਦੱਸਿਆ ਹੋਇਆ। ਹੁਣ ਜਿੱਥੇ ਜਾ ਕੇ ਭਗਤੀ ਸ਼ੁਰੂ ਹੁੰਦੀ ਹੈ ਉਹ ਉਹੀ ਆ ਜਿੱਥੇ ਸਾਨੂੰ ਸਹਿਜ ਧੁਨ ਅੰਦਰੋਂ ਸੁਣਨ ਲੱਗ ਪਏ, ਅਤੇ ਉਹ ਸਹਿਜ ਧੁਨ ਨਾਲ ਜੁੜ ਕੇ ਫਿਰ ਅਸੀਂ ਸਹਿਜੇ ਪ੍ਰਮਾਤਮਾ ਨਾਲ ਮਿਲਾਪ ਕਰ ਸਕਦੇ ਹਾਂ।
ਕਈ ਗੁਰਮੁਖ ਜਿਵੇਂ ਪਿਛਲੇ ਹਫ਼ਤੇ ਵੀ ਵਿਚਾਰ ਕੀਤੀ ਸੀਗੀ, ਉਹ ਪੁੱਛਦੇ ਹੁੰਦੇ ਕਿ ਅਨਹਦ ਸ਼ਬਦ ਤਾਂ ਸੁਣਦੇ ਆ ਪਰ ਸਹਿਜ ਤੋਂ ਨਹੀਂ ਸੁਣਦੇ। ਜਿਉਂ ਜਿਉਂ ਅਸੀਂ ਧਿਆਨ ਨਾਲ ਕੋਈ ਵੀ ਸ਼ਬਦ ਨੂੰ ਸੁਣਨ ਲੱਗ ਪਾਂਗੇ, ਜਿਉਂ ਜਿਉਂ ਪਾਉਣ ਤੋਂ ਵੱਖ ਹੁੰਦਾ ਜਾਂਦਾ ਸਾਡਾ ਮਨ, ਉਹ ਆਵਾਜ਼ ਜਿਹੜੀ ਇੱਕ ਰਸ ਲਗਾਤਾਰ ਚੱਲਦੀ ਆ ਉਹ ਪ੍ਰਗਟ ਹੋਣ ਲੱਗ ਪੈਂਦੀ ਆ। ਅਤੇ ਜਦੋਂ ਪ੍ਰਗਟ ਹੋ ਜਾਏ ਤਾਂ ਉਹਦਾ ਫਿਰ ਪਿੱਛਾ ਹੀ ਕਰਨਾ ਆ। ਅਤੇ ਜਿੱਥੇ ਜਾ ਕੇ ਉਹ ਸਮਾ ਜਾਂਦੀ, ਫਿਰ ਅਸੀਂ ਬੁੱਝ ਲੈਣਾ ਕਿ ਇਹ ਹਰੀ ਆਪ ਆ। ਇਹਨੂੰ ਮਹਾਰਾਜ ਕਹਿੰਦੇ ਸ਼ਬਦ ਸਮਾਵੈ ਬੁਝੈ ਹਰਿ ਸੋਇ, ਕਿ ਜਿੱਥੇ ਸ਼ਬਦ ਗੁਰੂ ਜਾ ਕੇ ਸਮਾ ਜਾਂਦਾ ਆ, ਉੱਥੇ ਅਸੀਂ ਬੁੱਝ ਲੈਣਾ ਕਿ ਇਹ ਹਰੀ ਆਪ ਆ। ਜੇਕਰ ਅਸੀਂ ਇਸ ਤਰੀਕੇ ਨਾਲ ਫਿਰ ਅਭਿਆਸ ਕਰਦੇ ਹਾਂ ਅਤੇ ਕੀ ਹੁੰਦਾ ਕਿ ਸਾਡਾ ਜਿਹੜਾ ਮਨ ਆ ਉਹ ਫਿਰ ਪਰਮਾਤਮਾ ਨਾਲ ਮਿਲਾਪ ਕਰ ਲੈਂਦਾ। ਬਹੁਤ ਸੁਖੈਨ ਜੀ ਨੂੰ ਮਹਾਰਾਜ ਕਹਿੰਦੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ, ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ। ਕਿ ਹਰੀ ਦੇ ਜਨ ਉਹ ਹਰੀ ਦੇ ਨਾਮ ਦੇ ਵਿੱਚ ਸਮਾਉਂਦੇ ਆ ਅਤੇ ਪਰਮਾਤਮਾ ਨਾਲ ਮਿਲਾਪ ਕਰਦੇ ਆ। ਅਤੇ ਜਦੋਂ ਉਹ ਮਿਲਾਪ ਕਰਦੇ ਆ ਅਤੇ ਫਿਰ ਖੰਡਾਂ ਬ੍ਰਹਮੰਡਾਂ ਦੀ ਵਿੱਚ ਉਹਨਾਂ ਦੀ ਸੋਭਾ ਹੁੰਦੀ ਆ। ਜੋ ਇਸ ਖੇਡ ਨੂੰ ਇਸ ਸੂਖਮ ਰੂਪ ਦੇ ਵਿੱਚ ਦੇਖ ਰਹੇ ਆ, ਦੇਵੀ ਦੇਵਤੇ ਦੇਵਲੋਕ ਦੇ ਵਿੱਚ, ਉਹ ਵੀ ਅਨਹਦ ਸ਼ਬਦਾਂ ਤੱਕ ਪਹੁੰਚੇ ਹੁੰਦੇ, ਪਰ ਉਹਨਾਂ ਨੇ ਹਜੇ ਉਹ ਜਿਹੜਾ ਇੱਕ ਰਸ ਲਗਾਤਾਰ ਆਵਾਜ਼ ਚੱਲ ਰਹੀ ਹੈ ਸਹਿਜ ਧੁਨ, ਉਸ ਦੇ ਨਾਲ ਜੁੜਨਾ ਹੁੰਦਾ। ਤਾਂ ਹੀ ਉਹ ਚਾਹੁੰਦੇ ਹੁੰਦੇ ਕਿ ਮੁੜ ਕੇ ਸਾਨੂੰ ਮੌਕਾ ਮਿਲੇ ਕਿ ਅਸੀਂ ਮਨੁੱਖਾ ਜਾਮੇ 'ਚ ਆਈਏ ਅਤੇ ਅਸੀਂ ਪੂਰੀ ਆਪਣੀ ਭਗਤੀ ਕਰੀਏ। ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰਿ ਕੀ ਸੇਵ। ਹੁਣ ਸਾਨੂੰ ਇਹ ਦੇਹੀ ਮਿਲ ਗਈ ਆ, ਜਿਹੜੀ ਮਨੁੱਖਾ ਜਾਮਾ ਹੈ ਸਾਡਾ, ਹਿਊਮਨ ਫੋਰਮ ਸਾਨੂੰ ਮਿਲਿਆ ਹੋਇਆ, ਇਹਦਾ ਲਾਹਾ ਅਸੀਂ ਲੈ ਲਈਏ ਅਤੇ ਉਹ ਸਹਿਜ ਧੁਨ ਤੱਕ ਉਪੜੀਏ। ਉਸ ਸਹਿਜ ਧੁਨ ਦੇ ਦਾਇਰੇ ਦੇ ਵਿੱਚ ਰਹਿ ਕੇ ਫਿਰ ਅਸੀਂ ਸੱਚ ਵਿੱਚ ਸਮਾ ਸਕਦੇ ਹਾਂ। ਜਦੋਂ ਅਸੀਂ ਸਹਿਜ ਧੁਨ ਨੂੰ ਸੁਣਨ ਲੱਗ ਪਏ, ਸਹਿਜ ਧੁਨ ਦੇ ਵਿੱਚ ਸਾਡੀ ਸੁਰਤੀ ਜਿਹੜੀ ਆ ਸਮਾ ਗਈ, ਫਿਰ ਹਰੀ ਦੇ ਨਾਲ ਭੇਟ ਹੁੰਦੀ ਆ। ਫਿਰ ਅਖੀਰਲੀ ਮੰਜ਼ਿਲ ਇਹੀ ਹੁੰਦੀ ਹੈ, ਜਿੰਨਾ ਚਿਰ ਤੱਕ ਸਾਡਾ ਜੋਤ ਉਸ ਪਰਮਾਤਮਾ ਵਿੱਚ ਮਿਲ ਨਹੀਂ ਜਾਂਦੀ, ਇਹ ਨਹੀਂ ਸਮਝਣਾ ਕਿ ਸਾਡਾ ਜਰਨੀ ਜਿਹੜੀ ਆ ਖਤਮ ਹੋ ਗਈ। ਜਦੋਂ ਅਸੀਂ ਪੂਰੀ ਤਰ੍ਹਾਂ ਇਹਦਾ ਭੇਦ ਹੋ ਗਏ, ਸਾਡੀ ਜੋਤ ਮਿਲ ਗਈ ਉਹਨਾਂ ਵਿੱਚ, ਫਿਰ ਸਮਝਣਾ ਕਿ ਉਸ ਸੱਚੇ ਮਹਿਲ ਦੇ ਵਿੱਚ ਹੁਣ ਮਹਾਰਾਜ ਨੇ ਕਿਰਪਾ ਕਰ ਦਿੱਤੀ ਕਿ ਮੈਨੂੰ ਆਪਣੇ ਨਾਲ ਮਿਲਾ ਦਿੱਤਾ। ਜਿਹਨੂੰ ਮਹਾਰਾਜ ਕਹਿੰਦੇ ਸੱਚੇ ਮਹਿਲ ਨਿਵਾਸ ਨਿਰੰਤਰ, ਆਵਣ ਜਾਣ ਚੁਕਾਇਆ, ਨਾ ਮਨ ਚੱਲੇ ਨਾ ਪੌਣ ਉਡਾਏ। ਕਿ ਸੱਚੇ ਮਹਿਲ ਦੇ ਵਿੱਚ ਜਦੋਂ ਫਿਰ ਨਿਰੰਤਰ ਇੱਦਾਂ ਨਿਵਾਸ ਹੋਣ ਲੱਗ ਪਿਆ ਪ੍ਰਕਾਸ਼ ਦੇ ਵਿੱਚ, ਫਿਰ ਸਮਝਣਾ ਕਿ ਸਾਡਾ ਆਵਾਗੁਣ ਦਾ ਜਿਹੜਾ ਚੱਕਰ ਹੈ ਖਤਮ ਹੋ ਗਿਆ। ਉਂਝ ਜਿਵੇਂ ਪਿਛਲੇ ਹਫ਼ਤੇ ਵੀ ਵਿਚਾਰ ਕੀਤੀ ਸੀਗੀ, ਜਿਹੜਾ ਸਹਿਜ ਧੁਨ ਤੱਕ ਉੱਪੜ ਜਾਂਦਾ, ਜੇ ਉਹਨੂੰ ਜੀਂਦਿਆਂ ਜੀ ਨਹੀਂ ਪ੍ਰਕਾਸ਼ ਹੋਇਆ, ਉਹ ਸਹਿਜ ਧੁਨ ਦੇ ਵਿੱਚ ਐਂਡ ਦੇ ਵਿੱਚ ਵੀ ਸਮਾ ਕੇ ਹਰੀ ਨਾਲ ਮਿਲਾਪ ਕਰ ਸਕਦਾ, ਕਿਉਂਕਿ ਇਹ ਨਾਮ ਦੀ ਮਹਿਮਾ ਆ। ਪਰ ਕਈ ਵਾਰੀ ਕੀ ਹੁੰਦਾ ਹੈ ਕਿ ਕਈ ਜੀਵ, ਹੁਣ ਅਸੀਂ ਸੰਸਾਰ ਵਿੱਚ ਦੇਖਦੇ ਹਾਂ, ਕਈ ਵਾਰੀ ਸਾਨੂੰ ਸਹਿਜ ਧੁਨ ਸੁਣਦੀ ਹੈ, ਕਈ ਵਾਰੀ ਸਾਡੀ ਸੁਰਤੀ ਫਿਰ ਹੇਠਾਂ ਆ ਜਾਂਦੀ ਹੈ, ਤ੍ਰੈਗੁਣਾਂ ਦੇ ਫਿਰ ਵਿੱਚ ਆ ਜਾਂਦੇ ਆ, ਫਿਰ ਸਾਡੀ ਸੁਰਤੀ ਉਹ ਸੁਣਨੋਂ ਹਟ ਜਾਂਦੀ ਹੈ। ਤਾਂ ਜਿੰਨਾ ਚਿਰ ਅਸੀਂ ਜੀਂਦੇ ਜੀ ਅਭਿਆਸ ਕਰਦੇ ਹਾਂ, ਸਾਡੀ ਮੰਜ਼ਿਲ ਇਹ ਹੋਣੀ ਚਾਹੀਦੀ ਆ, ਸਾਡਾ ਗੋਲ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਪ੍ਰਮਾਤਮਾ ਦੇ ਵਿੱਚ ਪੂਰੀ ਤਰ੍ਹਾਂ ਅਭੇਦ ਹੋ ਜਾਈਏ। ਜਿੱਥੇ ਤਾਈਂ ਪ੍ਰਕਾਸ਼ ਹੋ ਜਾਏ ਅਤੇ ਅਸੀਂ ਉਸ ਪ੍ਰਕਾਸ਼ ਦੇ ਵਿੱਚ ਮਿਲ ਜਾਈਏ, ਉਹਨਾਂ ਚਿਰ ਸਾਨੂੰ ਹਟਣਾ ਨਹੀਂ ਚਾਹੀਦਾ ਅਭਿਆਸ ਤੋਂ। ਇਹ ਨਾ ਹੋਵੇ ਕਿ ਕੋਈ ਕਹੇ ਕਿ ਮੈਨੂੰ ਤਾਂ ਸਹਿਜ ਧੁਨ ਸੁਣਦੀ ਹੈ ਤਾਂ ਬਸ ਹੁਣ ਮੈਂ ਵਾਲੀ ਮਿਹਨਤ ਨਹੀਂ ਕਰਨੀ ਅਤੇ ਮੁੜ ਮੁੜ ਤ੍ਰੈਗੁਣਾ ਚ ਆ ਜਾਣ, ਕਦੇ ਸੁਣਨ ਲੱਗ ਪੈਣੀ ਕਦੇ ਨਹੀਂ। ਇੱਦਾਂ ਐਂਡ 'ਤੇ ਵੀ ਹੋ ਸਕਦਾ ਕਿ ਅਗਲੇ ਦੀ ਸੁਰਤੀ ਜਿਹੜੀ ਆ ਇੱਧਰ ਨੂੰ ਖਿੱਚੀ ਜਾਏ, ਫਿਰ ਸਹਿਜ ਧੁਨ ਦਾ ਲੜ ਅਸੀਂ ਪਕੜ ਨਹੀਂ ਸਕਦੇ। ਤਾਂ ਅਸੀਂ ਕੋਸ਼ਿਸ਼ ਇਹ ਕਰਨੀ ਹੁੰਦੀ ਆ ਕਿ ਅਸੀਂ ਸਹਿਜ ਧੁਨ ਨੂੰ ਸੁਣੀ ਜਾਈਏ, ਇਹਦਾ ਪਿੱਛਾ ਕਰੀ ਜਾਈਏ, ਇਹਦੇ ਦਾਇਰੇ ਵਿੱਚ ਰਹੀਏ। ਫਿਰ ਹਰ ਵਕਤ ਜਦੋਂ ਸਾਡਾ ਇਹਦਾ ਮਨ ਹੁਕਮ 'ਚ ਰਹੂਗਾ ਅਤੇ ਉਸ ਦਰਗਾਹ ਦੇ ਵਿੱਚ ਅਸੀਂ ਪ੍ਰਵਾਨ ਹੋ ਜਾਂਦੇ ਹਾਂ। ਸੋ ਅੱਜ ਇੰਨੀਆਂ ਹੀ ਬੇਨਤੀਆਂ ਸਨ। ਜੇ ਕੋਈ ਬੋਲਦਿਆਂ ਹੋਇਆ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਿਆ ਹੋਵੇ, ਅਣਜਾਣ ਸਮਝ ਕੇ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।